नमस्कार जी, मैं हूं बिपिन गोयल। तुसीं देख रहे हो फास्ट वे न्यूज़। फास्ट वे न्यूज़ तुहाडा स्वागत है। ਅਸੀਂ ਖੜੇ ਜੈਤੋ ਦੇ ਖੇਡ ਸਟੇਡੀਅਮ ਦੇ ਵਿੱਚ, ਜਿੱਥੇ ਤੁਸੀਂ ਦੇਖ ਸਕਦੇ ਹੋ ਵੀ ਜੈਤੋ ਖੇਡ ਸਟੇਡੀਅਮ ਦੀ ਖਾਸਤਾ ਹਾਲਤ ਜਿਹੜੀ ਹੈਗੀ ਆ ਬਣੀ ਹੋਈ ਹੈਗੀ। ਤੁਸੀਂ ਜਿਹੜੀ ਹੈਗੀ ਆ ਪੌੜੀਆਂ ਵੱਲ ਦੇਖੋ ਤੇ ਪੌੜੀਆਂ ਦੀ ਹਾਲਤ ਜਿਹੜੀ ਹੈਗੀ ਆ ਖਸਤਾ ਬਣੀ ਹੋਈ ਹੈ। ਇੱਥੇ ਕੋਈ ਬੈਠਣ ਦਾ ਪ੍ਰਬੰਧ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਮਤਲਬ ਕਿ ਜਿਹੜੀ ਇੱਥੇ ਸਾਫ਼ ਸਫਾਈ ਹੈਗੀ ਤੇ 26 ਜਨਵਰੀ ਤੇ 15 ਅਗਸਤ ਵਾਲੇ ਦਿਨ ਹੀ ਸਿਰਫ ਹੁੰਦੀ ਹੈਗੀ। ਉਸ ਤੋਂ ਇਲਾਵਾ ਕੋਈ ਇੱਥੇ ਸਾਫ਼ ਸਫਾਈ ਦਾ ਪ੍ਰਬੰਧ ਨਹੀਂ ਹੈ, ਕੋਈ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ। ਗੱਲ ਖੇਡ ਦੀ ਕੀਤੀ ਜਾਵੇ ਤਾਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਇੱਕ ਪਾਸੇ ਸਰਕਾਰ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ ਤਾਂ ਜੋ ਮਤਲਬ ਕਿ ਜਿਹੜਾ ਹੈਗਾ ਦੇਸ਼ ਦਾ ਨਾਮ ਰੋਸ਼ਨ ਹੋ ਸਕੇ। ਪਰ ਜਦੋਂ ਇਸੇ ਖੇਡ ਸਟੇਡੀਅਮ ਦੇ ਵਿੱਚ ਆ ਕੇ ਆਪਾਂ ਦੇਖਿਆ ਗਿਆ ਤਾਂ ਇੱਥੇ ਦੀ ਜਿਹੜੀ ਹੈਗੀ ਬਹੁਤ ਹੀ ਖਸਤਾ ਹਾਲਤ ਬਣੀ ਹੋਈ ਹੈਗੀ। ਤੇ ਸਾਡੇ ਨਾਲ ਜਿਹੜੇ ਹੈਗੇ ਖਿਡਾਰੀ ਵੀ ਮੌਜੂਦ ਨੇ ਤੇ ਪਬਲਿਕ ਵੀ ਮੌਜੂਦ ਹੈ। ਆਓ ਅਸੀਂ ਗੱਲਬਾਤ ਕਰਦੇ ਹਾਂ ਕਿ ਕੀ ਕਹਿਣਾ ਚਾਹੁੰਦੇ ਹੈਗੇ। ਹਾਂਜੀ ਸਰ, ਇੱਥੇ ਕੀ ਦਿੱਕਤ ਆ ਰਹੀ ਹੈਗੀ ਖੇਡ ਸਟੇਡੀਅਮ ਦੇ ਵਿੱਚ? ਹਾਂਜੀ ਸਰ, ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਆਪਣੇ ਸਟੇਡੀਅਮ ਨੂੰ ਬਣੇ ਨੂੰ ਤਕਰੀਬਨ 20 ਕੁ ਸਾਲ ਹੋ ਗਏ ਜੀ। ਸਰਕਾਰ ਨੇ ਇੱਕ ਵਾਰੀ ਸਟੇਡੀਅਮ ਬਣਾ ਤਾਂ ਦਿੱਤਾ, ਪਰ ਉਸ ਤੋਂ ਬਾਅਦ ਸਟੇਡੀਅਮ ਦੀ ਕੋਈ ਸਾਰ ਨਹੀਂ ਲਈ ਜੀ। ਇੱਥੇ ਘੱਟੋ ਘੱਟ 40-50 ਪਿੰਡਾਂ ਦੇ ਬੱਚੇ ਆਉਂਦੇ ਆ ਜੀ, ਖੇਡਦੇ ਆਪਦਾ ਤੇ ਪਰ ਆਪਦੇ ਲੈਵਲ ਤੇ ਉਹਨੂੰ ਤਿਆਰ ਕਰਦੇ ਆ, ਸਾਰਾ ਕੁਝ ਕਰਦੇ ਆ। ਸਰਕਾਰ ਵੱਲੋਂ ਇਸ ਨੂੰ ਕੋਈ ਸਹੂਲਤ ਨਹੀਂ। ਖਾਸ ਕਰਕੇ ਇੱਥੇ ਪਿੰਡਾਂ ਦੀਆਂ ਜਿਹੜੀਆਂ ਲੜਕੀਆਂ ਆਉਂਦੀਆਂ ਉਹਨਾਂ ਵਾਸਤੇ ਕੋਈ ਸੈਪਰੇਟ ਬਾਥਰੂਮ ਦੀ ਸਹੂਲਤ ਨਹੀਂ, ਕੋਈ ਪਾਣੀ ਦੀ ਸਹੂਲਤ ਨਹੀਂ। ਇੱਥੇ ਜੋ ਵੀ ਹੁੰਦਾ ਪ੍ਰੇਲ ਆਪਦੇ ਲੈਵਲ ਤੇ ਕਰਦੇ ਆ ਤੇ ਆਪਦਾ ਤਿਆਰੀ ਕਰ ਰਹੇ ਜੀ। ਸਮੇਂ ਦੀਆਂ ਸਰਕਾਰਾਂ ਆਉਂਦੀਆਂ ਹੈਗੀਆਂ, ਚਲੇ ਜਾਂਦੀਆਂ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਸਮੇਂ ਦੇ ਜਦੋਂ ਵੀ ਵੋਟਾਂ ਪੈਂਦੀਆਂ ਲੀਡਰ ਆਉਂਦੇ ਆ, ਵਾਅਦੇ ਕਰਦੇ ਆ, ਤਗੜੇ ਕਰਦੇ ਆ, ਅਸੀਂ ਐਂ ਕਰ ਦਿਆਂਗੇ, ਜੋ ਕਰ ਦਿਆਂਗੇ, ਕੁਛ ਕਰ ਦਿਆਂਗੇ। ਹਜੇ ਤਾਂ ਕੁਛ ਨਹੀਂ ਹੋਇਆ, ਸਾਰਾ ਕੁਝ ਆਪਦੇ ਲੈਵਲ 'ਤੇ ਹੋਇਆ ਜੀ। ਇੱਥੇ ਬਾਕੀ ਤੁਹਾਡੇ ਸਾਹਮਣੇ ਹੈ, ਸਾਰਾ ਤੁਸੀਂ ਦੇਖ ਹੀ ਲਿਆ ਜੀ। ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਵਗੈਰਾ ਹੈ? ਪੀਣ ਵਾਲੇ ਪਾਣੀ ਦਾ ਪ੍ਰਬੰਧ ਇੱਕ ਮੱਛੀ ਮੋਟਰ ਹੈਗੀ, ਉਹ ਆਪਦੇ ਲੈਵਲ 'ਤੇ ਲਾਈ ਵੀ ਹੈ, ਉਹ ਵੀ ਸਮੇਂ-ਸਮੇਂ 'ਤੇ ਖਰਾਬ ਹੋ ਜਾਂਦੀ ਹੈ ਤੇ ਪਲੇਅਰ ਆਪਦੇ ਲੈਵਲ 'ਤੇ ਕਲੈਕਸ਼ਨ ਕਰਦੇ ਆ ਜੀ। ਬਾਕੀ ਸਾਰਿਆਂ ਨੂੰ ਇਸ ਸਟੇਡੀਅਮ ਦੀ ਸਾਰਿਆਂ ਨੂੰ ਵੱਡੀ ਘਾਟ ਹੈ। ਇੱਥੇ ਜੋ ਵੀ ਇੱਥੇ ਮਟੀਰੀਅਲ ਲੱਗਿਆ ਹੋਇਆ ਸਾਰਾ ਤੁਸੀਂ ਦੇਖ ਲਓ, ਸਾਰੇ ਸਰੀਏ ਚੋਰੀ ਹੋ ਚੁੱਕੇ ਆ। ਅੰਦਰ ਇੱਕ NRI ਵੀਰ ਨੇ ਸੇਵਾ ਕੀਤੀ ਸੀ ਵਾਟਰ ਕੂਲਰ ਦੀ, ਉਹ ਵੀ ਚੋਰੀ ਹੋ ਚੁੱਕਿਆ। ਘੱਟੋ ਘੱਟ ਇੱਕ ਜਿੰਮ ਸੀ ਪੂਰੀ ਫੁੱਲ ਫਲੈਜ ਜਿੰਮ, ਉਹ ਵੀ ਚੋਰੀ ਹੋ ਚੁੱਕੀ ਹੈ। ਅਸੀਂ ਸਾਰਿਆਂ ਨੂੰ ਵੱਡੀ ਮੰਗ ਤਾਂ ਸਰਕਾਰ ਤੋਂ ਇਹੀ ਕਰਦੇ ਹਾਂ ਵੀ ਘੱਟੋ ਘੱਟ ਕਿਸੇ ਚੌਕੀਦਾਰ ਜ਼ਰੂਰ ਹੀ ਦਿੱਤਾ ਜਾਵੇ ਜੀ। ਇਸ ਸਮੇਂ ਸਾਡੇ ਨਾਲ ਡਾਕਟਰ ਹਰੀਸ਼ ਜੀ ਮੌਜੂਦ ਨੇ, ਕਾਉਂਸਲਰ ਹੈਗੇ। ਸਰ, ਕੀ ਕਹਿਣਾ ਚਾਹੋਗੇ ਜੈਤੋ ਦੇ ਖੇਡ ਸਟੇਡੀਅਮ ਦਾ? ਜਿਹੜਾ ਇਹ ਖੇਡ ਸਟੇਡੀਅਮ ਹੈ, ਇਹ 20 ਸਾਲ ਤੋਂ ਬਹੁਤ ਬੁਰੀ ਹਾਲਤ ਵਿੱਚ ਹੈ। ਇੱਥੇ ਅਕਾਲੀ ਭਾਜਪਾ ਸਰਕਾਰ ਵੀ ਆਈ ਹੈ, 10 ਸਾਲ ਰਹੀ ਹੈ, 4.5 ਸਾਲ ਤੋਂ ਕਾਂਗਰਸ ਸਰਕਾਰ ਵੀ ਰਹੀ ਹੈ। ਇੱਥੇ ਅਲੱਗ-ਅਲੱਗ ਪਾਰਟੀਆਂ ਦੇ ਲੀਡਰ ਆਉਂਦੇ ਰਹੇ ਹੈ, ਵਿਦਿਆਰਥੀਆਂ ਨੂੰ ਇਕੱਠਾ ਕਰਕੇ, ਖਿਡਾਰੀਆਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਕਈ ਤਰ੍ਹਾਂ ਦੇ ਆਸ਼ਵਾਸਨ ਅਤੇ ਭਰੋਸਾ ਦਿੱਤਾ ਹੈ, ਪਰ ਉਹਨਾਂ ਨੇ ਕਿਸੇ ਨੇ ਵੀ ਇਹਨਾਂ ਖਿਡਾਰੀਆਂ ਦਾ ਕੋਈ ਭਰੋਸੇ ਦਾ ਜਿੱਤਿਆ ਨਹੀਂ, ਕੋਈ ਵੀ ਕੰਮ ਨਹੀਂ ਕੀਤਾ। ਜਦ ਕਿ ਜਿਹੜਾ ਸਟੇਡੀਅਮ ਹੈਗਾ ਇਹਦੇ ਵਿੱਚ 500 ਤੋਂ ਲੈ ਕੇ 1000 ਵਿਦਿਆਰਥੀ ਸ਼ਹਿਰ ਦਾ ਅਤੇ ਨੇੜੇ ਦੇ ਪਿੰਡਾਂ ਦੇ ਵਿੱਚੋਂ ਖੇਡਣ ਆਉਂਦੇ ਆ, ਸਿੱਖਣ ਆਉਂਦੇ ਆ, ਜਿਨ੍ਹਾਂ ਨੇ ਪੁਲਿਸ ਭਰਤੀ ਦੀ ਤਿਆਰੀ ਕਰਨੀ ਹੈ, ਫੌਜ ਦੀ ਤਿਆਰੀ ਕਰਨੀ ਹੈ ਜਾਂ ਕੋਈ ਗੇਮਾਂ ਦੀ ਤਿਆਰੀ ਕਰਨੀ ਹੈ। ਤਾਂ ਸਰਕਾਰ ਨੂੰ ਚਾਹੀਦਾ ਸੀਗਾ ਵੀ ਨੌਜਵਾਨਾਂ ਨੂੰ ਆਪਣੇ ਇਸ ਵਾਸਤੇ ਸਟੇਡੀਅਮ ਵਧੀਆ ਬਣਵਾ ਕੇ ਦਿੰਦੇ, ਇੱਥੇ ਮਿਲ ਕੇ ਟਰੈਕ ਵਧੀਆ ਬਣਵਾ ਕੇ ਦਿੰਦੇ, ਇੱਥੇ ਪਾਣੀ ਦੀ ਵਿਵਸਥਾ ਵਧੀਆ ਕਰਦੇ, ਇੱਥੇ ਮਿਲ ਕੇ ਲਾਈਟਾਂ ਦੀ ਵਿਵਸਥਾ ਵਧੀਆ ਕਰਦੇ, ਇੱਥੇ ਇਹਨਾਂ ਦੀ ਖੇਡਣ ਦੀਆਂ ਯੋਗਤਾਵਾਂ ਪੂਰੀਆਂ ਕਰਨ ਦੀਆਂ ਜਿਹੜੀ ਜ਼ਰੂਰਤਾਂ ਹੈਗੀਆਂ ਜਿੰਮ ਵਗੈਰਾ ਉਹ ਸਾਰੇ ਪੂਰੀਆਂ ਕਰਦੇ। ਇੱਥੇ ਸਰਕਾਰ ਇਹਨਾਂ ਨੂੰ ਕੋਚ ਦਿੰਦੀ, ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਦਿੱਤੀ। ਦੇਖੋ, ਸਰਕਾਰ ਕਹਿੰਦੀ ਹੈ ਵੀ ਅਸੀਂ ਇੱਥੇ 3 ਮਹੀਨੇ 4 ਮਹੀਨੇ ਨਸ਼ਾ ਖਤਮ ਕਰ ਦਿਆਂਗੇ। ਨਸ਼ਾ ਖਤਮ ਹੋਊਗਾ ਕਿਵੇਂ? ਕਹਿਣ ਨਾਲ ਨਹੀਂ ਖਤਮ ਹੁੰਦਾ। ਗੁਟਕਾ ਸਾਹਿਬ ਦੀ ਸੋਹ ਖਾਣ 'ਤੇ ਖਤਮ ਹੋਣਾ, ਉਹ ਖਤਮ ਹੋਣਾ। ਇਹਨਾਂ ਵਿਦਿਆਰਥੀਆਂ ਨੂੰ ਤੁਸੀਂ ਸਟੇਡੀਅਮ ਦਿਓ ਵਧੀਆ ਬਣਾ ਕੇ, ਇਹਨਾਂ ਨੂੰ ਸਹੂਲਤਾਂ ਦਿਓ, ਇਹਨਾਂ ਵਿਦਿਆਰਥੀਆਂ ਨੂੰ ਖੁਰਾਕ ਦਿਓ, ਅਤੇ ਵਿਦਿਆਰਥੀ ਨਸ਼ੇ ਵੱਲ ਜਾਂਦੇ ਹੀ ਨਹੀਂ। ਜਦੋਂ ਇਹ ਆਪਦੇ ਦਮ 'ਤੇ ਮੈਟ ਦੇ ਆਧਾਰ 'ਤੇ ਯੋਗਤਾ ਲੈਣਗੇ ਅਤੇ ਕੁਝ ਨਾ ਕੁਝ ਚੰਗੇ ਬਣਨਗੇ। ਜਦੋਂ ਇਹਨਾਂ ਨੂੰ ਕੋਈ ਸਹੂਲਤ ਨਾ ਮਿਲੂਗੀ, ਕਿਸੇ ਤਰ੍ਹਾਂ ਦਾ ਖੁਰਾਕ ਨਾ ਮਿਲੂਗੀ, ਅਤੇ ਇਹਨਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਨਿਰਾਸ਼ ਹੋ ਜਾਂਦੇ ਆ। ਨਿਰਾਸ਼ ਹੋ ਕੇ ਉਹ ਨਸ਼ੇ ਦੀ ਦਲ 'ਤੇ ਚਲੇ ਜਾਂਦੇ ਆ। ਇਸ ਕਰਕੇ ਜਿਹੜਾ ਪੰਜਾਬ ਦਾ ਯੁਵਾ ਹੈਗਾ, ਨੌਜਵਾਨ ਹੈਗਾ, ਉਹ ਨਸ਼ੇ 'ਚ ਤਾਂ ਜਾ ਰਿਹਾ ਵੀ ਉਹ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਜਾ ਰਿਹਾ। ਜੇ ਸਰਕਾਰ ਆਪਦੀਆਂ ਨੀਤੀਆਂ ਬਦਲ ਲੇ, ਸਰਕਾਰ ਆਪਦੇ ਖਰਚੇ ਘਟਾ ਲੇ, ਤਾਂ ਇਹ ਨੌਜਵਾਨ ਦੇਸ਼ ਦੀ ਦਿਸ਼ਾ ਬਦਲ ਸਕਦੇ ਆ। ਕਿਉਂਕਿ ਇਹਨਾਂ ਨੇ ਸਾਰਾ ਕੁਝ ਕਰ ਦੇਣਾ, ਇਹਨਾਂ ਨੇ ਕੰਮ ਕਰਨਾ, ਇਹਨਾਂ ਦੇ ਨਾਲ ਹੀ ਸਾਡੇ ਪੰਜਾਬ ਦੀ ਤਰੱਕੀ ਹੋਊਗੀ। ਜਦੋਂ ਇਹ ਸਰਕਾਰਾਂ ਇਹਨਾਂ ਦੀ ਸੁਣਵਾਈ ਨਹੀਂ ਕਰਦੀਆਂ ਤਾਂ ਇਹਨਾਂ ਦੇ ਮਾਤਾ ਪਿਤਾ ਸਰਕਾਰਾਂ ਦੇ ਹਾਲਾਤ ਦੇਖ ਕੇ ਆਪਦੇ ਬੱਚਿਆਂ ਨੂੰ ਆਪਦੀ ਪ੍ਰੋਪਰਟੀ ਵੇਚ ਕੇ ਇਹਨਾਂ ਨੂੰ ਬਾਹਰਲੇ ਦੇਸ਼ ਭੇਜ ਰਹੇ ਆ। ਉਹ ਦੇ ਸਾਰੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ। ਸਰਕਾਰ ਨੂੰ ਆਪਦੀਆਂ ਨੀਤੀਆਂ ਬਦਲਣੀਆਂ ਪੈਣਗੀਆਂ। ਅਤੇ ਮੈਂ ਇਸ ਵਾਰ ਨਗਰ ਪਾਲਿਕਾ ਵਿੱਚ ਆਮ ਆਦਮੀ ਪਾਰਟੀ ਵੱਲੋਂ MC ਬਣਿਆ, ਅਤੇ ਅਸੀਂ ਆਮ ਆਦਮੀ ਪਾਰਟੀ ਵੱਲੋਂ ਸਪੋਰਟਸ ਸੈਕਟਰੀ ਨੂੰ ਚੰਡੀਗੜ੍ਹ ਜਾ ਕੇ ਸਟੇਡੀਅਮ ਵਾਸਤੇ ਮੈਂਬਰਾਂ ਨੂੰ ਦੇ ਕੇ ਆਏ ਹਾਂ ਵੀ ਇਸ ਨੂੰ ਸਟੇਡੀਅਮ ਨੂੰ ਸਪੋਰਟ ਕੋਟੇ ਵਿੱਚ ਲੈ ਕੇ ਇਸ ਸਟੇਡੀਅਮ ਦੀ ਦਿਸ਼ਾ ਬਦਲੀ ਜਾਵੇ। ਜਿਹੜਾ ਪੰਜਾਬ ਸਰਕਾਰ ਦਾ ਨਿਯਮ ਹੈਗਾ
ਵੀ ਸਟੇਡੀਅਮ ਤੇ 1.25 ਕਰੋੜ ਰੁਪਏ ਲਾ ਕੇ ਸਟੇਡੀਅਮ ਨਵੇਂ ਬਣਾਉਣੇ ਹੈ, ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਨਿਖਾਰ ਲਿਆਉਣਾ ਹੈ, ਉਹਨਾਂ ਨੂੰ ਵਧੀਆ ਖਿਡਾਰੀ ਬਣਾਉਣਾ ਹੈ, ਉਹਨਾਂ ਨੂੰ ਵਧੀਆ ਅਫਸਰ ਬਣਾਉਣਾ ਹੈ, ਤਾਂ ਉਹ 1.25 ਕਰੋੜ ਰੁਪਏ ਸਾਡਾ ਇਸ ਸਟੇਡੀਅਮ 'ਤੇ ਲੱਗਣਾ ਚਾਹੀਦਾ ਹੈ ਵੀ ਤਾਂ ਜੋ ਇਹਨਾਂ ਵਿਦਿਆਰਥੀਆਂ ਦੀਆਂ ਮੰਗਾਂ ਪੂਰੀਆਂ ਹੋਣ। ਇਹ ਸਾਡੇ ਦੇਸ਼ ਦਾ ਭਵਿੱਖ ਹੈ ਵਿਦਿਆਰਥੀ, ਇਹਨਾਂ ਦੀ ਜ਼ਿੰਦਗੀ 'ਚ ਬਦਲਾਅ ਆਵੇ ਤਾਂ ਫਿਰ ਜਦੋਂ ਇਹਨਾਂ ਦੀ ਜ਼ਿੰਦਗੀ 'ਚ ਬਦਲਾਅ ਆਊਗਾ ਤਾਂ ਇਹ ਨਿਸ਼ਚਿਤ ਰੂਪ 'ਚ ਸਾਡੇ ਜੈਤੋ ਮੰਡੀ ਵਾਸਤੇ ਤੇ ਸਾਡੇ ਪੰਜਾਬ 'ਚ ਬਦਲਾਅ ਲੈ ਕੇ ਆਉਣਗੇ। ਠੀਕ ਹੈ ਜੀ, ਇਸ ਸਮੇਂ ਸਾਡੇ ਨਾਲ ਬਲਕਿ ਜਿਹੜੇ ਹੈਗੇ ਕੋਚ ਵੀ ਹੈਗੇ ਤੇ ਪੁਲਿਸ ਅਧਿਕਾਰੀ ਵੀ ਹੈਗੇ। ਸਰ ਸ਼ਰਮਾ ਜੀ, ਕੀ ਕਹਿਣਾ ਚਾਹੋਗੇ ਤੁਸੀਂ ਖੇਡ ਸਟੇਡੀਅਮ ਨੂੰ ਲੈ ਕੇ? ਖੇਡ ਸਟੇਡੀਅਮ ਦੀ ਹਾਲਤ ਬਹੁਤ ਬਦਤਰ ਹੈ ਜੀ। ਇਹਦੇ ਵਿੱਚ ਨਾ ਲੜਕੀਆਂ ਲਈ ਬਾਥਰੂਮ ਹੈ, ਨਾ ਪੀਣ ਲਈ ਪਾਣੀ ਹੈ ਜੀ, ਤੇ ਟਰੈਕ ਦੀ ਵੀ ਹਾਲਤ ਬਹੁਤ ਚੰਗੀ ਨਹੀਂ ਜੀ। ਪਿਛਲੇ 20 ਸਾਲ ਤੋਂ ਇਹ ਸਟੇਡੀਅਮ ਬਣਿਆ ਜੀ, ਇਸ ਤੇ ਕਦੇ ਵੀ ਇੱਕ ਪੈਸਾ ਵੀ ਨਹੀਂ ਲੱਗੇਗਾ। ਚਲੋ ਜਿਹੋ ਜਿਹਾ ਵੀ ਹੈਗਾ, ਅਸੀਂ ਇਹਦੀ ਸਾਰੇ ਸਟੂਡੈਂਟਸ ਜਾਂ ਪਲੇਅਰ ਦੀ ਮਦਦ ਨਾਲ ਅਸੀਂ ਇਹਦੀ ਰੱਖ ਰਖਾਵ ਸਾਂਭ ਸੰਭਾਲ ਜਿੰਨੀ ਕੁ ਸਾਡੇ ਤੋਂ ਹੁੰਦੀ ਹੈ ਜੀ ਕਰਦੇ ਹਾਂ। ਇੱਕ ਪਾਸੇ ਖੇਡ ਸਟੇਡੀਅਮ ਦੀ ਜੇ ਆਪਾਂ ਗੱਲ ਕੀਤੀ ਜਾਵੇ ਤਾਂ ਸਰਕਾਰਾਂ ਬਲਕਿ ਜਿਹੜਾ ਹੈਗਾ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਕਰੋੜਾਂ ਰੁਪਏ ਖਰਚ ਕਰਦੀ ਹੈਗੀ, ਪਰ ਜੈਤੋ ਦੇ ਵਿੱਚ ਨਹੀਂ ਕੀਤਾ ਗਿਆ। ਇਸ ਦਾ ਕਿਹੋ ਜਿਹਾ ਮੰਨਦੇ ਹੋ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਇਸ ਦਾ ਮੈਨੂੰ ਨਹੀਂ ਪਤਾ ਜੀ ਵੀ ਇਹ ਕੀ ਗੱਲ ਹੈ ਜੀ। ਨੋ ਕਮੈਂਟਸ ਇਹਦੇ ਬਾਰੇ ਮੈਨੂੰ ਪਤਾ ਨਹੀਂ ਜੀ ਵੀ ਕਿਉਂ ਨਹੀਂ ਸਾਡੇ ਭਾਗ ਖੁੱਲੇ। ਠੀਕ ਹੈ ਜੀ, ਸਾਡੇ ਨਾਲ ਮਤਲਬ ਕਿ ਜਿਹੜੇ ਹੈਗੇ ਗੁਰਪਿਆਰ ਜੀ ਮੌਜੂਦ ਨੇ। ਗੁਰਪਿਆਰ ਜੀ, ਕੀ ਕਹਿਣਾ ਚਾਹੋਗੇ ਮਤਲਬ ਕਿ ਤੁਸੀਂ? ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ ਧੰਨਵਾਦ ਕਰੂੰ ਵਿਪਨ ਜੀ ਦਾ, ਜਿਨ੍ਹਾਂ ਨੇ ਫਾਸਟਵੇ ਤੇ ਆ ਕੇ ਅੱਜ ਸਟੇਡੀਅਮ ਦਾ ਤੇ ਵਿਦਿਆਰਥੀਆਂ ਦਾ ਤੇ ਜਾਂ ਜੋ ਆਪਣੇ ਖਿਡਾਰੀ ਹੈ ਉਹਨਾਂ ਦਾ ਹਾਲ ਚਾਲ ਪੁੱਛਣ ਆਏ ਹੈ, ਮੈਂ ਇਹਨਾਂ ਧੰਨਵਾਦ ਕਰੂੰਗਾ। ਦੂਸਰਾ, ਜੋ ਸਟੇਡੀਅਮ ਦੇ ਹਾਲਾਤ ਦੀ ਗੱਲ ਕਰਦੇ ਹੋ ਤਾਂ ਤੁਹਾਡੇ ਸਾਹਮਣੇ ਤੁਸੀਂ ਪਿੱਛੇ ਇਹਨੂੰ ਫਰਮਾਈਜ਼ ਕਰਕੇ ਆਏ ਹੋ। ਬਹੁਤ ਬੁਰਾ ਹਾਲ ਹੈ ਜੀ, ਸਟੇਡੀਅਮ ਟੁੱਟ ਰਿਹਾ, ਡਿੱਗ ਰਿਹਾ, ਪਸ਼ੂ ਫਿਰਦੇ ਹੈਗੇ ਤੇ ਪੀਣ ਦਾ ਪਾਣੀ ਦਾ ਪ੍ਰਬੰਧ ਹੈ ਨਹੀਂਗਾ ਜੀ। ਫਿਰ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਹੈਗਾ। ਜਿਵੇਂ ਆਪਣੀਆਂ ਗੁੱਡੀਆਂ ਬੇਟੀਆਂ ਇੱਥੇ ਜਿਹੜਾ ਗੇਮ ਲਾਉਣ ਆਉਂਦੀਆਂ, ਉਹਨਾਂ ਵਾਸਤੇ ਬਾਥਰੂਮ ਵਗੈਰਾ ਦਾ ਕੋਈ ਪ੍ਰਬੰਧ ਨਹੀਂ ਹੈਗਾ। ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਇਸ ਸਟੇਡੀਅਮ ਦੀ ਬਹੁਤ ਖਸਤਾ ਹਾਲਤ ਹੈ। ਇਹਦੀ ਸਫਾਈ ਕਦੋਂ ਹੁੰਦੀ ਹੈਗੀ ਮੇਨ, ਜਦੋਂ ਸਫਾਈ ਕੀਤੀ ਜਾਂਦੀ? ਨਹੀਂ ਜੀ, ਕਿਸੇ ਤਰ੍ਹਾਂ ਦੀ ਕੋਈ ਸਫਾਈ ਨਹੀਂ ਕੀਤੀ ਜਾਂਦੀ ਗਵਰਨਮੈਂਟ ਵੱਲੋਂ ਤਾਂ। ਪੂਰਾ ਵੀ ਇੱਥੇ ਮਾੜਾ ਮੋਟਾ ਨਾ ਕੋਈ ਚੌਕੀਦਾਰ ਹੈ, ਨਾ ਕੋਈ ਸਫਾਈ ਸੇਵਕ ਹੈ, ਨਾ ਕੁਛ ਹੋਰ ਹੈ, ਨਾ ਕੋਈ ਪ੍ਰਬੰਧ ਹੈ। ਜੇ ਮੈਂ ਤਾਂ ਇਹ ਕਹੂੰਗਾ ਰੱਬ ਆਸਰੇ ਹੈ ਜੀ। ਹੁਣ ਅਸੀਂ ਹੁਣੇ ਅੰਦਰ ਜਾ ਕੇ ਉੱਥੇ ਜਿੰਮ ਪਈ ਸੀਗੀ, ਕਿਸੇ ਮੇਰੇ MP ਸਾਹਿਬ ਨੇ ਦਿੱਤਾ ਹੀ ਸੀਗੀ, ਉਹ ਵੀ ਚੋਰੀ ਹੋ ਚੁੱਕੀ ਹੈ। ਵਿੱਚ ਹੋਰ ਸਮਾਨ ਸੀ, ਖਿੜਕੀਆਂ ਟੁੱਟੀਆਂ ਹੋਈਆਂ, ਉੱਪਰਲੀ ਛੱਤ ਜਿਹੜੀ ਕਿ ਅੰਦਰੋਂ ਝਾਕਦੀ ਹੈ, ਮਤਲਬ ਟੁੱਟੀ ਹੋਈ ਹੈਗੀ, ਜਿਹੜੀ ਕਿ ਸੇਫਟੀ ਲਈ ਸੀਗੀ, ਲੇਕਿਨ ਉਹ ਖਤਰਾ ਬਣੀ ਹੋਈ ਹੈ ਜੇ ਕੱਲ੍ਹ ਨੂੰ ਕੋਈ ਬੱਚੇ ਉੱਥੇ ਗੇਮ ਲਾਉਂਦੇ ਸਿਰ 'ਤੇ ਵੀ ਡਿੱਗ ਸਕਦੀ ਹੈ। ਦੂਸਰੀ, ਜਿਹੜਾ ਇੱਥੇ ਕੋਈ ਸਮਾਨ ਬੱਚਿਆਂ ਨੂੰ ਜ਼ਰੂਰੀ ਹੁੰਦਾ ਹੈ ਜਿਹੜਾ ਮੁਹੱਈਆ ਕਰਾਉਣਾ ਹੁੰਦਾ ਗਵਰਨਮੈਂਟ ਨੇ, ਉਹ ਇੱਥੇ ਕੁਛ ਵੀ ਨਹੀਂ। ਇੱਥੇ ਬਾਈ ਜਿਵੇਂ ਬਾਈ ਦਵਿੰਦਰ ਹੋਰੀ ਹੈ ਜਾਂ ਹੋਰ ਸਾਥੀ ਹੈ ਜਿਹੜੇ ਸਾਥੀ ਇੱਥੇ ਜਿਹੜੇ ਜਾਂ ਆਪਣੇ ਲਾ ਲਓ ਸਪੋਰਟਸ ਨੂੰ ਪ੍ਰਬੰਧ ਕਰਨ ਵਾਸਤੇ ਜੋ ਸੰਸਥਾਵਾਂ ਵਗੈਰਾ ਹੈਗੀਆਂ, ਉਹ ਥੋੜ੍ਹਾ ਬਹੁਤ ਫੰਡ ਦਿੰਦੀਆਂ, ਉਹਦੇ ਨਾਲ ਮਾੜਾ ਮੋਟਾ ਕੰਮ ਚੱਲੀ ਜਾਂਦਾ। ਹੁਣੇ ਦਵਿੰਦਰ ਨੇ ਦੱਸਿਆ ਹੈਗਾ ਭਰਤੀ ਚੱਲਦੀ ਪਈ ਹੈ ਪੰਜਾਬ ਪੁਲਿਸ ਦੀ, ਬੱਚਿਆਂ ਨੇ ਇੱਥੇ ਤਿਆਰੀ ਕਰਨੀ ਹੈ, ਉਹਦੇ ਵਾਸਤੇ ਮਿੱਟੀ ਦੀ ਟਰਾਲੀ ਆਦੀ ਜੇਬ 'ਚੋਂ ਸਿੱਟੀ ਹੈ ਜੀ ਇਹਨਾਂ ਨੇ। ਜੇ ਵਿਚਾਰੇ ਮਿਹਨਤ ਕਰਦੇ ਆ ਤਾਂ ਮਾੜਾ ਮੋਟਾ ਚੱਲੀ ਜਾਂਦਾ। ਵੈਸੇ ਰੱਬ ਆਸਰੀ ਹੈ ਜੀ। ਕੀ ਮੰਗ ਕਰਦੇ ਹੋ ਤੁਸੀਂ ਸਰਕਾਰ? ਮੰਗ ਤਾਂ ਇਹ ਹੈ ਜੀ, ਜੋ ਪਹਿਲਾਂ ਸਰਕਾਰਾਂ ਸੀਗੀਆਂ ਮੇਰੇ ਖਿਆਲ 10 ਸਾਲ ਇਸ ਤੋਂ ਪਹਿਲਾਂ ਅਕਾਲੀ ਦਲ ਦੀ ਸਰਕਾਰ ਰਹੀ ਤੇ 5 ਸਾਲ ਮੇਰੇ ਖਿਆਲ 'ਚ ਹੁਣ ਕਾਂਗਰਸ ਦੀ ਸਰਕਾਰ ਨੂੰ ਕੰਪਲੀਟ ਹੋਣ ਵਾਲੇ ਆ। ਤੇ ਲੇਕਿਨ ਜਦੋਂ ਇਹਨਾਂ ਨੇ ਵੋਟਾਂ ਲੈਣੀਆਂ ਸੀ ਉਸ ਟਾਈਮ ਇੱਥੇ ਆਉਂਦੇ ਰਹੇ ਬੱਚੇ, ਇੱਥੇ ਸਾਡੇ ਕੋਲ ਖੜੇ ਆ, ਉਹਨਾਂ ਕੋਲ ਪੁੱਛ ਕੇ ਜਾਂਦੇ ਤੁਹਾਡੀਆਂ ਕੀ ਸਮੱਸਿਆਵਾਂ, ਆਪਾਂ ਦੱਸਦੇ ਵੀ ਰਹੇ ਹਾਂ, ਲੇਕਿਨ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਮੈਂ ਤੁਹਾਨੂੰ ਬੇਨਤੀ ਕਰੂੰਗਾ ਜੀ, ਇਸ ਸਟੇਡੀਅਮ ਨੂੰ ਨਵੇਂ ਸਿਰਿਓਂ ਵਧੀਆ ਇੰਟਰਨੈਸ਼ਨਲ ਲੈਵਲ ਦਾ ਬਣਾਉਣਾ ਚਾਹੀਦਾ, ਕਿਉਂਕਿ ਬੱਚੇ ਮਿਹਨਤ ਕਰਦੇ ਆ ਤਾਂ ਨੈਸ਼ਨਲ ਤੇ ਇੰਟਰਨੈਸ਼ਨਲ ਖਿਡਾਰੀ ਵੀ ਬਣਨਗੇ। ਆਉਣ ਵਾਲੇ ਟਾਈਮ ਦੇ ਵਿੱਚ ਫੌਜ ਦੇ ਵਿੱਚ ਜਾਂ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣਗੇ ਤਾਂ ਉਹਦੇ ਵਿੱਚ ਆਪਣੇ ਜਿਹੜੇ ਦੇਸ਼ ਦਾ ਤੇ ਸਟੇਟ ਦਾ ਨਾਂ ਉੱਪਰ ਹੋਣਾ ਹੈ। ਉਹ ਇਸ ਕਰਕੇ ਗਵਰਨਮੈਂਟ ਨੂੰ ਜਿਹੜਾ ਹੈਗਾ ਇਸ ਵੱਲ ਪੂਰਾ ਧਿਆਨ ਦੇਣਾ ਚਾਹੀਦਾ। ਮੈਂ ਬੇਨਤੀ ਕਰੂੰਗਾ ਜੀ, ਮੈਕਸੀਮਮ ਫੰਡ ਇਸ ਸਟੇਡੀਅਮ ਨੂੰ ਦੇ ਕੇ ਇਹਦੀ ਨੁਹਾਰ ਬਦਲੀ ਜਾਵੇ। ਜੇ ਸਟੇਡੀਅਮ ਦੀ ਨੁਹਾਰ ਬਦਲਦੀ ਹੈ ਤਾਂ ਜੈਤੋ ਦੀ ਆਟੋਮੈਟਿਕ ਤਾਂ ਨੁਹਾਰ ਬਦਲੀ ਜਾਣੀ ਹੈ। ਜੈਤੋ ਦੀ ਨੁਹਾਰ ਬਦਲਦੀ ਹੈ, ਪੰਜਾਬ ਤੇ ਪੂਰੇ ਇੰਡੀਆ ਦੀ ਨੁਹਾਰ ਬਦਲੀ ਜਾਊਗੀ। ਦੂਸਰੀ ਗੱਲ, ਮੈਂ ਨਸ਼ਿਆਂ ਦੀ ਜ਼ਰੂਰ ਕਰੂੰਗਾ। ਨਸ਼ਿਆਂ ਵੱਲ ਜਿਹੜਾ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੈਪਟਨ ਨੇ ਕਿਹਾ ਸੀ, ਮੈਂ ਮਤਲਬ ਥੋੜ੍ਹੇ ਦਿਨਾਂ ਦੇ ਵਿੱਚ ਹੀ ਨਸ਼ਾ ਖਤਮ ਕਰ ਦੂੰਗਾ। ਨਸ਼ਾ ਤਾਂ ਨਹੀਂ ਖਤਮ ਹੋਇਆ ਜੀ। ਨਸ਼ਾ ਨਾਲ ਖਾਣ ਨਾਲ ਜਿਹੜੇ ਕੁਛ ਸਾਡੇ ਯੰਗ ਵੀਰ ਉਹ ਖਤਮ ਜ਼ਰੂਰ ਹੋਈ ਜਾਂਦੇ। ਕਿਸੇ ਟੀਕਾ ਲੱਗਿਆ ਉੱਥੇ ਡੈਥ ਹੋ ਗਈ, ਕੋਈ ਉੱਥੇ ਪਿਆ, ਕੋਈ ਉੱਥੇ ਪਿਆ। ਪਰ ਜੇ ਬੱਚਿਆਂ ਦਾ ਧਿਆਨ ਥੋੜ੍ਹਾ ਕਨਵਰਟ ਹੁੰਦਾ, ਨਸ਼ੇ ਵੱਲ ਨਹੀਂ ਜਾਣਗੇ, ਉਹ ਗੇਮਾਂ ਵੱਲ ਆਉਣਗੇ, ਤਾਂ ਉਹ ਸਟੇਡੀਅਮ ਵਗੈਰਾ ਜਾਂ ਜਿੱਥੇ ਵੀ ਗੇਮਾਂ ਦਾ ਪ੍ਰਬੰਧ ਉਹ ਗੌਰਮੈਂਟ ਕਰਕੇ ਦੇਵੇ। ਇਸ ਕਰਕੇ ਜਿਹੜਾ ਹੈਗਾ ਮੈਂ ਤਾਂ ਗੌਰਮੈਂਟ ਨੂੰ ਇਹੀ ਬੇਨਤੀ ਕਰੂੰਗਾ ਵੀ ਜਿਹੜਾ ਹੈਗਾ ਵੱਧ ਤੋਂ ਵੱਧ ਫੰਡ ਦੇ ਕੇ ਇਹਨਾਂ ਦੀ ਨੁਹਾਰ ਬਦਲੀ ਜਾਵੇ, ਜੋ ਲੋੜੀ ਦੀਆਂ ਸਹੂਲਤਾਂ ਉਹ ਸਾਰੀਆਂ ਦਿੱਤੀਆਂ ਜਾਣ, ਤੇ ਇੰਨਾ ਹੀ ਕਹੂੰਗਾ। ਇਸ ਤੋਂ ਇਲਾਵਾ ਆਪਾਂ ਬੱਚੇ ਨਾਲ ਵੀ ਗੱਲਬਾਤ ਕਰਦੇ ਹਾਂ, ਖਿਡਾਰੀਆਂ ਨਾਲ ਵੀ ਗੱਲਬਾਤ ਕਰਦੇ ਹਾਂ ਵੀ ਉਹਨਾਂ ਨੂੰ ਕੀ ਦਿੱਕਤ ਆਉਂਦੀ ਹੈ, ਕੀ ਦਿੱਕਤ ਆ ਰਹੀ ਹੈ ਜੈਤੋ ਖੇਡ ਸਟੇਡੀਅਮ? ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਤੁਸੀਂ ਇੱਥੇ ਆਏ, ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਆਪ ਹੀ ਦੇਖਿਆ ਹੋਊਗਾ ਗਰਾਊਂਡ ਦੀ ਕੀ ਹਾਲਤ ਹੈ। ਇੱਥੇ ਕੋਈ ਵੀ ਚੰਗਾ ਟਰੈਕ ਨਹੀਂ ਆ, ਪਾਣੀ ਦਾ ਪ੍ਰਬੰਧ ਨਹੀਂ ਆ, ਬਾਥਰੂਮ ਦਾ ਨਹੀਂ ਆ, ਪਲੇਅਰਸ ਲਈ ਵੀ ਕੋਈ ਵੀ
ਕੋਈ ਇਨਸਟਰੂਮੈਂਟ ਨਹੀਂ ਆ, ਮਤਲਬ ਜਿਮ ਦਾ ਕੋਈ ਸਮਾਨ ਨਹੀਂ ਆ ਕਿ ਜਿੱਥੋਂ ਉਹ ਆਪਦੀ ਤਿਆਰੀ ਪ੍ਰੈਪਰੇਸ਼ਨ ਕਰ ਸਕਣ। ਮਤਲਬ ਇੱਥੋਂ ਤੱਕ ਕਿ ਇੱਥੇ ਹਾਈ ਜੰਪ ਲਗਾਉਣ ਵਾਸਤੇ ਵੀ ਉਹ ਵੀ ਗੱਦੇ ਮੈਟ ਵਗੈਰਾ ਕੁਝ ਵੀ ਨਹੀਂ ਸੀਗਾ। ਤੇ ਜਿਹੜੀ ਮਿੱਟੀ ਦੀ ਟਰਾਲੀ ਸਟਾਈ ਗਈ ਆ ਉਹ ਵੀ ਸਰ ਨੇ ਆਪਦੀ ਜੇਬ ਵਿੱਚੋਂ ਕਰਾਈ ਹੈਗੀ। ਮਤਲਬ ਸਰਕਾਰਾਂ ਨੂੰ ਇਹਨਾਂ ਚੀਜ਼ਾਂ ਵੱਲ ਧਿਆਨ ਦੇਣਾ ਚਾਹੀਦਾ ਹੈਗਾ। ਕਹਿ ਰਹੇ ਕਿ ਨਸ਼ੇ ਵੱਧ ਰਹੇ ਆ, ਨਸ਼ੇ ਕਿਉਂ ਵੱਧ ਰਹੇ ਆ? ਇਹ ਸੋਚਦੇ ਆ ਕਿ ਜਵਾਕਾਂ ਨੂੰ ਕਿਹੜੇ ਪਾਸੇ ਤੁਸੀਂ ਲੈ ਕੇ ਜਾ ਰਹੇ ਹੋ। ਜੇ ਇਹ ਚੀਜ਼ਾਂ ਸਹੀ ਹੋਣਗੀਆਂ, ਗਰਾਊਂਡ ਸਹੀ ਹੋਣਗੇ, ਲੋਕ ਇੱਥੇ ਆਉਣਗੇ, ਫੇਰ ਹੀ ਲੋਕ ਸਹੀ ਪਾਸੇ ਜਾਣਗੇ, ਬੱਚੇ ਸਹੀ ਪਾਸੇ ਜਾਣਗੇ। ਇਹੀ ਸਰਕਾਰਾਂ ਤੋਂ ਮੰਗ ਹੈ ਕਿ ਥੋੜਾ ਜਿਹਾ ਇਹਨਾਂ ਚੀਜ਼ਾਂ ਵੱਲ ਵੀ ਧਿਆਨ ਦਿਓ। ਬਸ ਵੋਟਾਂ ਲੈ ਕੇ ਬਾਅਦ 'ਚ ਤੁਸੀਂ ਪਿੱਛੇ ਹਟ ਜਾਂਦੇ ਹੋ, ਵੀ ਇਹਨਾਂ ਚੀਜ਼ਾਂ ਵੱਲ ਵੀ ਤੁਹਾਨੂੰ ਧਿਆਨ ਰੱਖਣਾ ਚਾਹੀਦਾ। ਥੈਂਕ ਯੂ। ਇੰਡੋਰ ਦੀ ਗੱਲ ਕੀਤੀ ਜਾਵੇ, ਇੰਡੋਰ ਦੀ ਹਾਲਾਤ ਕਿਸ ਤਰ੍ਹਾਂ ਦੀ ਹੈ? ਇੰਡੋਰ ਦੇ ਹਾਲਤ ਬਹੁਤ ਜ਼ਿਆਦਾ ਖਰਾਬ ਹੈ। ਤੁਸੀਂ ਆਪ ਜਾ ਕੇ ਦੇਖੋ, ਛੱਤ ਵੀ ਨਹੀਂ ਹੈ ਉੱਥੇ, ਜਿਹੜਾ ਸਮਾਨ ਸੀ ਉਹ ਵੀ ਚੱਕਿਆ ਗਿਆ ਆ। ਕੌਣ ਜ਼ਿੰਮੇਵਾਰ ਹੈ ਇਹਨਾਂ ਚੀਜ਼ਾਂ ਲਈ? ਠੀਕ ਹੈ, ਇੱਥੇ ਇੱਕ ਚੌਕੀਦਾਰ ਨਹੀਂ ਹੋਣਾ ਚਾਹੀਦਾ? ਸਰਕਾਰਾਂ ਨੂੰ ਜਦੋਂ ਵੋਟਾਂ ਹੁੰਦੀਆਂ ਉਦੋਂ ਤਾਂ ਸਾਰੇ ਹੀ ਆਉਂਦੇ ਆ, ਠੀਕ ਹੈ, ਇਹਨਾਂ ਨੂੰ ਅੱਗੇ ਪਿੱਛੇ ਧਿਆਨ ਨਹੀਂ ਹੁੰਦਾ ਕਿ ਇੱਥੇ ਕੀ ਚੀਜ਼ਾਂ ਦੀ ਜ਼ਰੂਰਤ ਆ। ਇਹਨਾਂ ਚੀਜ਼ਾਂ ਵੱਲ ਵੀ ਥੋੜਾ ਬਹੁਤ ਧਿਆਨ ਦੇਣਾ ਚਾਹੀਦਾ ਆ। ਤੇ ਸਾਡੀ ਤੇ ਇਹੀ ਮੰਗ ਹੈ, ਖਾਸ ਕਰਕੇ ਇੱਥੇ ਪਾਣੀ, ਬਾਥਰੂਮ, ਚੌਕੀਦਾਰ, ਬਾਕੀ ਥੋੜਾ ਬਹੁਤ ਸਟੇਡੀਅਮ ਦੀ ਜਿਹੜੀ ਮੁਰੰਮਤ ਹੋਣ ਵਾਲੀ ਆ ਉਹਦੇ ਵੱਲ ਧਿਆਨ ਦੇਣਾ ਚਾਹੀਦਾ। ਇੱਥੇ ਦਰਖਤ ਹੋਣੇ ਚਾਹੀਦੇ ਵੱਧ ਤੋਂ ਵੱਧ, ਇਹੀ ਮੰਗ ਹੈ। ਥੈਂਕ ਯੂ ਜੀ। ਹਾਂਜੀ, ਕੀ ਕਹਿਣਾ ਚਾਹੋਗੇ ਜੈਤੋ ਖੇਡ ਸਟੇਡੀਅਮ ਨੂੰ ਲੈ ਕੇ? ਸਤਿ ਸ਼੍ਰੀ ਅਕਾਲ ਜੀ। ਜਦੋਂ ਇਹ ਸਾਨੂੰ ਸਟੇਡੀਅਮ 'ਚ ਸਾਰਿਆਂ ਨਾਲੋਂ ਵੱਡੀ ਇਹ ਪ੍ਰੋਬਲਮ ਆ ਰਹੀ ਹੈ ਜੀ, ਜਦੋਂ ਬਾਰਿਸ਼ ਹੁੰਦੀ ਹੈ ਜੀ ਉਦੋਂ ਸਾਰਾ ਸਟੇਡੀਅਮ ਪਾਣੀ ਨਾਲ ਭਰ ਜਾਂਦਾ ਜੀ, ਤੇ ਉਦੋਂ ਸਾਨੂੰ ਪ੍ਰੈਕਟਿਸ ਕਰਨ 'ਚ ਬਹੁਤ ਪ੍ਰੋਬਲਮ ਹੁੰਦੀ ਹੈ ਜੀ। ਤੇ ਇੱਕ ਨਾ ਸਾਨੂੰ ਇੱਥੇ ਕੰਪਲੀਟ ਟਰੈਕ ਹੈ ਜੀ ਸਾਡੇ ਕੋਲੇ, ਤੇ ਜਦੋਂ ਕਿਤੇ ਨਾ ਲੈਟਰਿੰਗ ਬਾਥਰੂਮ ਆ, ਨਾ ਪਾਣੀ ਦੀ ਵੀ ਬਹੁਤ ਪ੍ਰੋਬਲਮ ਆਉਂਦੀ ਹੈ ਸਾਨੂੰ। ਇੱਥੇ ਕੋਈ ਗੇਟ ਵਗੈਰਾ ਨਹੀਂ ਲੱਗਿਆ? ਤੁਸੀਂ ਦੇਖ ਸਕਦੇ ਹੋ ਵੀ ਅਵਾਰਾ ਜਾਨਵਰ ਜਿਹੜੇ ਹੈਗੇ ਆਉਂਦੇ ਜੀ, ਸਾਰੇ ਆਉਂਦੇ। ਬਾਕੀ ਟਰੈਕ ਦੀ ਨਾ ਤਾਂ ਸਾਡੇ ਸਰਕਾਰ ਵੱਲੋਂ ਕੋਈ ਸਹੂਲਤ ਹੈ ਜੀ ਸਫਾਈ ਦੀ, ਫਿਰ ਟਰੈਕ ਵੀ ਅਸੀਂ ਆਪ ਸਾਫ਼ ਕਰਦੇ ਹਾਂ ਸਾਰਾ ਆਪਦਾ। ਜੋ ਕਿਸੇ ਦਿਨ ਐਤਵਾਰ ਨੂੰ ਆਪਦਾ ਟਾਈਮ ਕੱਢ ਲੈਂਦੇ ਹਾਂ, ਟਰੈਕ ਆਪ ਸਾਫ਼ ਕਰਦੇ ਹਾਂ ਜੀ। ਹਾਂ ਸਰ, ਕੀ ਕਹਿਣਾ ਚਾਹੋਗੇ, ਕੀ ਦਿੱਕਤ ਆ ਰਹੀ ਹੈ ਜੀ? ਸਰ ਅਸੀਂ ਇੱਦਾਂ ਹੀ ਕਹਾਂਗੇ ਕਿ ਜੋ ਵੀ ਕੁਝ ਕਰ ਰਹੇ ਆ ਅਸੀਂ ਆਪਦੇ ਵੱਲੋਂ ਕਰ ਰਹੇ ਹਾਂ ਜੀ, ਕਿਸੇ ਵੱਲੋਂ ਕੋਈ ਹੈਲਪ ਨਹੀਂ ਗੀ, ਕੋਈ ਰੈਪੂਟੇਸ਼ਨ ਨਹੀਂ, ਕੁਛ ਨਹੀਂ। ਸਰਕਾਰਾਂ ਵੱਲੋਂ ਮਤਲਬ ਕਿ ਜਿਹੜਾ ਹੈਗਾ ਕਿਹਾ ਜਾਂਦਾ ਵੀ ਖਿਡਾਰੀਆਂ ਵਾਸਤੇ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ, ਕਿਸ ਤਰ੍ਹਾਂ ਦੇ ਕੀ? ਉਹ ਸਾਨੂੰ ਤਾਂ ਪਤਾ ਨਹੀਂ ਕਿੱਥੇ ਖਿੱਚੇ ਜਾਂਦੇ ਜੀ, ਕਿਉਂਕਿ ਜਿੱਥੇ ਤੁਸੀਂ ਆਹ ਹਾਲਾਤ ਦੇਖ ਰਹੇ ਹੋ ਇੱਥੇ ਤਾਂ ਕਰੋੜਾਂ ਕੀ ਰੁਪਈਆ ਵੀ ਨਹੀਂ ਕਿਸੇ ਨੇ ਲਾਇਆ ਹੋਣਾ। ਕਿ ਜੋ ਵੀ ਅਸੀਂ ਕਰ ਰਹੇ ਹਾਂ ਆਪਦਾ ਹੀ ਕਰ ਰਹੇ ਹਾਂ, ਆਪਣੇ ਖਾਣਾ ਪੀਣਾ, ਆਪਣਾ ਡਾਈਟ ਵਗੈਰਾ ਸਭ ਕੁਝ ਅਸੀਂ ਆਪ ਹੀ ਕਰ ਰਹੇ ਹਾਂ। ਜੋ ਵੀ ਕੋਈ ਸਮਾਨ ਲੈ ਕੇ ਆਉਂਦੇ ਅਸੀਂ ਹੜ੍ਹ ਲੈ ਕੇ ਆਉਂਦੇ ਹਾਂ, ਥਰੋ ਲੈ ਕੇ ਆਉਂਦੇ ਹਾਂ, ਕੋਈ ਵੀ ਸਮਾਨ ਲੈ ਕੇ ਆਉਂਦੇ, ਜ਼ਿਆਦਾਤਰ ਸਾਡਾ ਇੱਥੇ ਚੋਰੀ ਹੋ ਜਾਂਦਾ ਜਾਂ ਟੁੱਟ ਜਾਂਦਾ ਹੈਗਾ, ਜਾਂ ਦੁਬਾਰਾ ਫਿਰ ਲਿਆਉਣਾ ਪੈਂਦਾ ਸਾਨੂੰ ਆਪਣੇ ਪੈਸੇ ਨਾਲ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਸਰ ਇੱਦਾਂ ਹੀ ਕਹਿੰਦੇ ਹਾਂ ਕਿ ਜੋ ਵੀ ਕੁਛ ਕਰ ਰਹੇ ਆ, ਸਰਕਾਰ ਕੁਛ ਵੀ ਕਰ ਰਹੀ ਆ, ਬਸ ਸਹੀ ਕਰੇ, ਮਤਲਬ ਕਿ ਗਰਾਊਂਡਾਂ ਵੱਲ ਵੀ ਧਿਆਨ ਦੇਵੇ, ਕਿ ਆਪਦੇ ਬਸ ਰਾਜਨੀਤੀ ਵੱਲ ਨਾ ਕੁਛ ਧਿਆਨ ਦੇਵੇ ਬਸ। ਖਿਡਾਰੀ ਸਮੇਂ ਦੀਆਂ ਸਰਕਾਰਾਂ ਆਉਂਦੀਆਂ ਤੇ ਮਿੱਠੀ ਗੋਲੀਆਂ ਦਿੰਦੀਆਂ ਇਕੱਲੀਆਂ ਵੋਟਾਂ ਵਾਸਤੇ, ਤੇ ਇਸ ਤੋਂ ਇਲਾਵਾ ਇੱਥੇ ਜੈਤੋ ਖੇਡ ਸਟੇਡੀਅਮ ਵਾਸਤੇ ਕੁਝ ਵੀ ਨਹੀਂ ਕੀਤਾ ਜਾਂਦਾ ਗਾ। ਸਰਕਾਰਾਂ ਨੂੰ ਇਹ ਸੋਚਣਾ ਚਾਹੀਦਾ ਗਾ ਵੀ ਜੈਤੋ ਦੇ ਖਿਡਾਰੀਆਂ ਦਾ ਮਤਲਬ ਕਿ ਜੇ ਆਪਾਂ ਉਹਨਾਂ ਨੂੰ ਸਹੀ ਟਰੈਕ ਦੇਵਾਂਗੇ, ਸਹੀ ਦਿਸ਼ਾ ਵੱਲ ਜਾਵਾਂਗੇ, ਤੇ ਤਾਂ ਹੀ ਮਤਲਬ ਕਿ ਜਿਹੜੇ ਅੱਗੇ ਖਿਡਾਰੀ ਬੁਲੰਦੀਆਂ ਛੂ ਸਕਣਗੇ, ਦੇਸ਼ ਦਾ ਨਾਮ ਰੋਸ਼ਨ ਕਰ ਸਕਣਗੇ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਇਹਨਾਂ 'ਤੇ ਕੀ ਗੌਰ ਕਰਦੀ ਹੈ ਜਾਂ ਨਹੀਂ ਕਰਦੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੈਮਰਾਮੈਨ ਸੰਜੀਵ ਗੋਇਲ ਦੇ ਨਾਲ ਬਿਪਨ ਗੋਇਲ, ਫਾਸਟ ਵੇ ਨਿਊਜ਼ ਜੈਤੋ।